ਜੀਐ ਆਗੈ ਹੋਏ ਸੋ ਹੋਏ, ਪਾਛੈ ਪਾਉ ਨਾ ਦੀਜੀਐ, ਆਗੈ ਹੋਏ ਸੋ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠ ਕੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸਤਿਕਾਰਯੋਗ ਭਗਤ ਰਵਿਦਾਸ ਜੀ ਦਾ ਅੱਜ ਦਾ ਪਾਵਨ ਬਚਨ। ਭਗਤ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਭੁਲੇਖੇ ਨੂੰ ਦੂਰ ਕੀਤਾ ਹੈ। ਜਿਵੇਂ ਮਨੁੱਖ ਇਹ ਸਮਝਦਾ ਹੈ ਕਿ ਇਸ ਸੰਸਾਰ ਦੇ ਵਿੱਚ ਰੱਬ ਕਿਤੇ ਵੱਖਰਾ ਬੈਠਾ ਹੈ, ਉਸ ਭਰਮ ਨੂੰ ਦੂਰ ਕੀਤਾ ਹੈ। ਰੱਬ ਇੱਥੇ ਹੀ ਹੈ, ਇਸ ਕੁਦਰਤ ਦੇ ਵਿੱਚ ਹੀ ਕਾਦਰ ਹੈ, ਕਾਦਰ ਦੇ ਵਿੱਚ ਹੀ ਕੁਦਰਤ ਹੈ, ਵੱਖਰਾ ਨਹੀਂ ਹੈ। ਦੋਨੇ ਇੱਕ ਹੀ ਹਨ, ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਜਿਵੇਂ ਪਾਣੀ ਅਤੇ ਪਾਣੀ ਦੀਆਂ ਲਹਿਰਾਂ ਵਿੱਚ ਕੋਈ ਫਰਕ ਨਹੀਂ ਹੈ, ਬਸ ਦੋਨਾਂ ਦਾ ਰੂਪ ਬਦਲ ਗਿਆ ਹੈ, ਪਰ ਹੈ ਦੋਨੇ ਅਸਲ ਵਿੱਚ ਇੱਕ ਹੀ ਹਨ। ਇਸੇ ਤਰ੍ਹਾਂ ਹੀ ਇਸ ਸੰਸਾਰ ਦੇ ਵਿੱਚ ਸਭ ਕੁਝ ਇੱਕ ਹੀ ਹੈ। ਜੋ ਕੁਝ ਦਿਸ ਰਿਹਾ ਹੈ ਅਤੇ ਜੋ ਕੁਝ ਨਹੀਂ ਦਿਸ ਰਿਹਾ, ਉਹ ਸਭ ਕੁਝ ਅਕਾਲ ਪੁਰਖ ਹੀ ਹੈ। ਜੋ ਕੁਝ ਸਾਹਮਣੇ ਹੋ ਰਿਹਾ ਹੈ, ਜੋ ਕੁਝ ਗੁਪਤ ਰੂਪ ਵਿੱਚ ਹੋ ਰਿਹਾ ਹੈ, ਸਭ ਕੁਝ ਉਹਦੀ ਸ਼ਕਤੀ ਹੀ ਹੈ, ਵੱਖਰਾ ਕੁਝ ਨਹੀਂ ਹੈ। ਭਗਤ ਫਰੀਦ ਜੀ ਨੇ ਤਾਂ ਇਹ ਬਚਨ ਵੀ ਕਹੇ ਨੇ, ਫਰੀਦਾ ਖਾਲਕ ਖਲਕ ਮੈਂ, ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਇਹ ਕੁਦਰਤ ਕਾਦਰ ਵਿੱਚ ਵਸਦੀ ਹੈ, ਕਾਦਰ ਕੁਦਰਤ ਵਿੱਚ ਵਸਦਾ ਹੈ। ਦੋਨਾਂ ਦੇ ਵਿੱਚ ਫਰਕ ਨਹੀਂ, ਵੱਖਰਾ ਵੱਖਰਾ ਕੁਝ ਵੀ ਨਹੀਂ ਹੈ। ਸੁਣਨ ਨੂੰ ਦੋ ਨਾਮ ਨੇ, ਵੱਖਰੇ ਵੱਖਰੇ ਲੱਗਦੇ ਨੇ, ਪਰ ਹੈ ਦੋਨੇ ਇੱਕ ਹੀ ਨੇ। ਕਾਦਰ ਅਤੇ ਕੁਦਰਤ ਇੱਕ ਹੀ ਨੇ, ਦੋਨਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਅਸੀਂ ਕੀ ਕਹਿ ਦਿੰਦੇ ਹਾਂ ਕਿ ਕੁਦਰਤ ਨਾਸ਼ ਹੋਣ ਵਾਲੀ ਨਹੀਂ। ਕੁਦਰਤ ਨਾਸ਼ ਹੁੰਦੀ ਹੈ, ਪਰ ਕਾਦਰ ਨਾਸ਼ ਨਹੀਂ ਹੁੰਦਾ। ਪਰ ਜੇਕਰ ਆਪਾਂ ਬਰੀਕੀ ਨਾਲ ਵੇਖਿਆ ਵੇਖੀਏ ਤਾਂ ਕੁਦਰਤ ਵੀ ਨਾਸ਼ ਨਹੀਂ ਹੁੰਦੀ। ਕੁਦਰਤ ਸਿਰਫ ਆਪਣਾ ਰੂਪ ਬਦਲਦੀ ਹੈ, ਪਰ ਹੈ ਕੁਝ ਉਹੀ ਹੈ ਸਭ ਕੁਝ। ਮਿੱਟੀ ਹੈ, ਮਿੱਟੀ ਨੂੰ ਇਕੱਠਿਆਂ ਕੀਤਾ, ਪਾਣੀ ਪਾਇਆ, ਗੁੰਨ ਲਿਆ, ਘੜਾ ਬਣਾ ਲਿਆ, ਘੜੇ ਦਾ ਇੱਕ ਰੂਪ ਬਣ ਗਿਆ। ਘੜੇ ਦੇ ਵਿੱਚ ਅਤੇ ਮਿੱਟੀ 'ਚ ਕੋਈ ਬਹੁਤਾ ਫਰਕ ਨਹੀਂ ਹੈ। ਕੁਝ ਸਮੇਂ ਵਾਸਤੇ ਮਿੱਟੀ ਨੇ ਆਪਣਾ ਰੂਪ ਬਦਲ ਲਿਆ ਸੀ, ਪਰ ਰੂਪ ਬਦਲ ਗਿਆ। ਰੂਪ ਬਦਲਣ ਤੋਂ ਬਾਅਦ ਕੁਝ ਸਮਾਂ ਉਹਨੇ ਆਪਣੀ ਜੀਵਨ ਯਾਤਰਾ ਹੰਢਾਈ ਹੈ। ਉਸ ਤੋਂ ਬਾਅਦ ਘੜਾ ਜਦੋਂ ਟੁੱਟ ਜਾਂਦਾ ਹੈ, ਘੜਾ ਫਿਰ ਕਿੱਥੇ ਜਾ ਕੇ ਸਮਾ ਜਾਂਦਾ ਹੈ? ਮਿੱਟੀ ਵਿੱਚ। ਇਹ ਕਦੇ ਮਿੱਟੀ ਹੈ, ਪਰ ਮਿੱਟੀ ਕਦੇ ਆਪਣਾ ਰੂਪ ਬਦਲ ਕੇ ਘੜੇ ਦੇ ਰੂਪ ਵਿੱਚ ਆ ਜਾਂਦੀ ਹੈ। ਪਰ ਘੜੇ ਦੇ ਵਿੱਚ ਅਤੇ ਮਿੱਟੀ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ, ਇੱਕੋ ਹੀ ਹੈ। ਬਸ ਕੁਝ ਸਮੇਂ ਵਾਸਤੇ ਮਿੱਟੀ ਨੇ ਆਪਣਾ ਰੂਪ ਬਦਲਿਆ ਸੀ। ਪਾਤਸ਼ਾਹ ਨੇ ਇਸੇ ਕਰਕੇ ਬਾਣੀ ਦੇ ਵਿੱਚ ਵੀ ਕਿਹਾ ਕਿ ਜੀਵ ਅਸਲ ਵਿੱਚ ਕੋਈ ਨਹੀਂ ਮਰਦਾ, ਬਸ ਪੰਜ ਤੱਤ ਇਕੱਠੇ ਹੋ ਕੇ ਇੱਕ ਜੀਵ ਬਣਦਾ ਹੈ। ਇੱਕ ਜੀਵ ਜਦੋਂ ਬਣ ਗਿਆ, ਉਹ ਪੰਜ ਤੱਤ ਕੁਝ ਸਮੇਂ ਵਾਸਤੇ ਉਹਦੀ ਯਾਤਰਾ ਚੱਲਦੀ ਹੈ। ਉਸ ਤੋਂ ਬਾਅਦ ਇਹ ਪੰਜੇ ਤੱਤ ਵੱਖਰੇ ਵੱਖਰੇ ਹੋ ਜਾਂਦੇ ਨੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਮੌਤ ਹੋ ਗਈ। ਅਸਲ ਵਿੱਚ ਮੌਤ ਹੁੰਦੀ ਨਹੀਂ ਗੀ। ਅਸਲ ਸੱਚ ਇਹ ਹੈ ਕਿ ਤੱਤ ਵੱਖਰੇ ਹੋ ਗਏ ਨੇ। ਜਦੋਂ ਸਾਰੇ ਤੱਤ ਇੱਕ ਜਗ੍ਹਾ 'ਤੇ ਇਕੱਠੇ ਨੇ ਤਾਂ ਉਹ ਇੱਕ ਢਾਂਚਾ ਹੈ, ਇੱਕ ਸਰੀਰ ਹੈ। ਪਾਤਸ਼ਾਹ ਨੇ ਬਾਣੀ ਦੇ ਵਿੱਚ ਕਿਹਾ ਕਿ ਸਰੀਰ ਦੇ ਵਿੱਚ ਹਵਾ ਚੱਲ ਰਹੀ ਹੈ, ਸਰੀਰ ਦੇ ਵਿੱਚ ਪਾਣੀ ਹੈ, ਸਰੀਰ ਵਿੱਚ ਅੱਗ ਹੈ। ਇਹ ਸਭ ਕੁਝ ਤੱਤ ਰਲ ਕੇ ਇੱਕ ਸਰੀਰ ਨੂੰ ਚਲਾ ਰਹੇ ਨੇ।
एक डैड हो चुका शरीर है, मिट्टी इस शरीर दे विच है, शरीर मिट्टी दा है। इस शरीर नूं मिट्टी दे विच दब दिओ ते साल क बाद उस मिट्टी नूं खोल के वेखिओ उहदे विचों की निकलेगा। मिट्टी की जगह ते मिट्टी लभेगी, शरीर नहीं लभेगा, क्योंकि शरीर दा जिहड़ा रूप सी वो बदल के मिट्टी दे विच तब्दील हो गया, होर कुछ नहीं। शरीर दे विच हवा चलदी सी, साह चलदे ने, ये हवा साडे अंदर दी आवाज़ पैदा करदे ने। जो कुछ साडे अंदरों निकल रहा आवाज़ां बन रही ने, ये आवाज़ां हवा का रूप है। एक पखे आवाज़ हारमोनीए दे विच हवा जाती है तो उहदे विच आवाज़ निकलती है, इहदे विच हवा ना जावे तो इहदे विच आवाज़ नहीं निकलेगी कदे भी। शरीर दे विच हवा जाती है तो हवा रूप बदल जाता है उहदा, आवाज़ के रूप में आवाज़ निकल बाहर निकलती है। हवा जाती है, आवाज़ निकलती है बाहर। इस शरीर दे विच हवा ना जावे तो आवाज़ नहीं निकल सकती। डैड बॉडी है, शरीर खत्म हो चुका है, हुण उहदे विच हवा नहीं जा रही। जे हवा नहीं जा रही तो आवाज़ भी बाहर नहीं आ रही, खत्म है। ये शरीर हुण मिट्टी है, हुण डैड हो गया, जां इहनूं साड़ दिता जाऊगा, स्वाह हो गया। स्वाह हो के आखिर कित्थे जाती है? मिट्टी च। जां इसनूं दब दिता जांदा, फिर कित्थे जांदा है? मिट्टी दे विच ही। शरीर के तत्त पंज इकट्ठे होए तो पंज तत्तां ने इकट्ठे हो के इस शरीर का ढांचा खड़ा कर दिता। ये जो वक्रे वक्रे हुंदे ने, इस शरीर नूं असीं कह दिंदे हां खत्म हो गया, पूरा हो गया श्वास। शरीर दे विच हवा सी, चलदा सी। शरीर मिट्टी है, मिट्टी है। शरीर दे विच 70% पानी है तो पानी चलदा है। इहदे विचों पानी खत्म हो जाए तो शरीर नूं रोग लग जांदे ने। ये शरीर कुदरत के तत्तां नाल बनिया होया है। कुदरत दे विच ही हवा, पानी, अग, आकाश, हवा, ये सारे कुदरत का ही रूप ने, कुदरत का हिस्सा है। सारे कुदरत इकट्ठी हो के इस शरीर नूं तैयार करती है। पातशाह ने लिखिया बाणी दे विच, जदों आपां बरीकी नाल इस गुरबाणी के अर्थ भाव नूं समझांगे तो सारी गल सच्चाई सामने आ जाती है। पातशाह कहिंदे पवने मैं पवन समाया। जो शरीर खत्म होंदा, डैड हो जाता है, इहदे विच हवा निकल गई। हवा निकली शरीर दे विचों, हवा कित्थे जाके रल गई? हवा च। पवने मैं पवन समाया, ज्योति मैं जोत रल जाए। अंदर की जिहड़ी जोत सी, जिहड़ी शक्ति अंदर काम करती सी, वो अकाल पुरख च समा गई जाके। ज्योति मैं जोत रल जाया। माटी माटी होई एक। आ शरीर मिट्टी, धरती की मिट्टी जा रलिया, माटी माटी होई एक, इक्को ही हो गई दोने। रोवन हारे की कवन टेक। तुसीं रोंदे किस नूं आधार बना के जे, ये दसो पहले। सारे तत्त जिथों आए सी उत्थे तत्त जाके रल गए। मरिया कुछ भी नहीं, खत्म कुछ नहीं होया, डैड कुछ नहीं होया। पर तैनूं तुसीं किस चीज़ नूं आधार बना के रो रहे जे कि साडा प्राणी चढ़ाई कर गए? किस नूं? रोवन हारे के कवन टेक। कौन मुआ रे, कौन मुआ? पातशाह ने सवाल किया साडे अरगे सज्जना अगे। सानू पातशाह ने सवाल किया, ये दसो तो सही, मरिया कौन है? रोवन हारे की कौन टेक। कौन मुआ रे, कौन मुआ? दसो सही कौन मरिया इत्थे? कौन मुआ? ब्रह्म ज्ञानी मिल करो विचारा। रब दे प्यारिਆਂ दे कोल बैठ के विचार करो, समझण दी कोशिश करो। ब्रह्म ज्ञानी मिल करो विचारा। ये तो चलत पया, ये तो खेड चलती रहनी है इदां ही। ये सर्कल इदां ही चलता है। इत्थों हवा निकली इधर चलेगी, इधरों हवा निकली इधर चलेगी। ये खेड इदां चलती है। साडे कोल अज पैसे ने, साडे कोल पैसे, असीं चीज़ खरीदी, साडे कोल पैसे दूजे कोल गए, दूजे तो तीजे कोल, तीजे तो चौथे कोल, चौथे तो पंजवें कोल। ये पैसे का चक्कर जिवें चलदा है ना, सच जाणिओ इस तरह ही ये कुदरत का सर्कल भी इदां ही चलता है। ब्रह्म ज्ञानी मिल करो विचारा। ये तो चलत पया। सुखमणी साहिब दे विच आपां पढ़दे हां, आवन जान एक खेल बनाया, आग्याकारी कीनी माया। मरिया कौन? कोई भी नहीं। कुदरत ते कादर दे विच कोई बहुता फर्क नहीं है, इक्को ही है दोने। बस कुदरत अपना कुछ समय बाद एक नवा रूप पैदा करती है, कुछ समय बाद अपना रूप बदल लैंदी है। ये कह लो कि कुदरत अपनियां वस्तुआं नूं अपडेट करती है, रोज़ रोज़ उन्होंने नविआं निखारदी है। अज साडे कोल कुछ हैगा है, वो साडे कोलों खत्म हो गया, उसका रूप कुछ समय बाद बदल जाना है, तो वो चीज़ बदल जानी। हाँ, साडे कोल अज गड्डी है ना, गड्डी साडे कोल है, साडे कोल 10 साल रही, 15 साल रही, असीं वेच दित्ती, वेच के कबाड़ हो गई।
ਕਬਾੜ ਹੋ ਕੇ ਕਿੱਥੇ ਜਾਂਦੀ ਹੈ? ਮਸ਼ੀਨਾਂ 'ਚ ਟੁਕੜੇ ਟੁਕੜੇ ਚੂਰਾ ਕਰਕੇ ਰੱਖ ਦਿੰਦੇ ਨੇ। ਤੇ ਪਰ ਉਹ ਚੂਰਾ ਖਤਮ ਤਾਂ ਨਹੀਂ ਹੋਇਆ, ਗੱਡੀ ਦਾ ਪੂਰਾ ਸਪੇਅਰ ਉੱਦਾਂ ਹੀ ਹੈ, ਜੋ ਪਾਰਟਸ ਸੀ ਸਾਰੇ ਉਹ ਉੱਦਾਂ ਹੀ ਸੀਗੇ, ਪਰ ਉਹਨੇ ਚੂਰਾ ਕਰ ਦਿੱਤਾ, ਉਹਦਾ ਬੂਰਾ ਬਣਾ ਕੇ ਰੱਖ ਦਿੱਤਾ। ਉਹਨੂੰ ਫਿਰ ਉਹਨੂੰ ਭੱਠੀਆਂ ਦੇ ਵਿੱਚ ਪਾ ਕੇ ਢਾਲਿਆ ਜਾਂਦਾ ਹੈ। ਜਿੰਨਾ ਲੋਹਾ ਗੱਡੀ ਦੇ ਵਿੱਚ ਲੱਗਾ ਸੀ ਓਨੇ ਦਾ ਓਨਾ ਹੀ ਆ, ਕੋਈ ਬਹੁਤਾ ਫਰਕ ਨਹੀਂ ਪਿਆ, ਕੋਈ ਓਨੇ ਦਾ ਓਨਾ ਹੀ ਆ ਲੋਹਾ। ਬਸ ਇਹ ਹੈ ਕਿ ਲੋਹੇ ਨੇ ਆਪਣਾ ਰੂਪ ਬਦਲ ਕੇ ਗੱਡੀ 'ਚ ਲਿਆਂਦਾ ਸੀ, ਲੋਹੇ ਨੇ ਆਪਣਾ ਰੂਪ ਬਦਲ ਕੇ ਕਬਾੜ ਦੇ ਵਿੱਚ ਲੈ ਆਂਦਾ। ਫਰਕ ਉੱਥੇ ਦਾ ਉੱਥੇ ਹੀ ਹੈ, ਕੋਈ ਬਹੁਤੀ ਚੀਜ਼ ਨਹੀਂ ਬਦਲੀ। ਲੋਹਾ ਨਹੀਂ ਕਦੇ ਵੀ ਖਤਮ ਹੁੰਦਾ, ਲੋਹੇ ਦੇ ਨਾਲ ਬਣੀ ਹੋਈ ਵਸਤੂ ਹੈ ਜਿਹੜੀ ਉਹ ਰੂਪ ਬਦਲ ਲੈਂਦੀ ਹੈ। ਅੱਜ ਦਾ ਜੋ ਪਾਵਨ ਹੁਕਮਨਾਮਾ ਹੈ ਨਾ ਭਗਤ ਰਵਿਦਾਸ ਜੀ ਦਾ, ਪਾਤਸ਼ਾਹ ਨੇ ਇਸ ਸ਼ਬਦ ਦੇ ਅੰਦਰ ਇਸ ਭੁਲੇਖੇ ਨੂੰ ਦੂਰ ਕੀਤਾ ਹੈ, ਜਿਹੜਾ ਭੁਲੇਖਾ ਮਨੁੱਖ ਦੀ ਸੁਰਤ ਤੇ ਚੜ੍ਹਿਆ ਹੋਇਆ ਹੈ। ਪਾਤਸ਼ਾਹ ਕੀ ਕਹਿੰਦੇ ਨੇ? ਮਾਧਵੇ ਕਿਆ ਕਹੀਐ ਭਰਮ ਐਸਾ। ਭਗਤ ਜੀ ਕਹਿੰਦੇ ਮਾਧਵੇ ਕਿਵੇਂ ਬਿਆਨ ਕਰਾਂ ਕਿ ਇਹੋ ਜਿਹਾ ਭਰਮ ਸਾਡੇ ਦਿਮਾਗ ਤੇ ਚੜਿਆ ਹੋਇਆ, ਸਾਡੀ ਸੁਰਤ ਦੇ ਵਿੱਚ ਬੈਠਾ ਹੋਇਆ ਐਸਾ ਭਰਮ। ਕਿੱਦਾਂ ਦਾ? ਕਹਿੰਦੇ ਜੈਸਾ ਮਾਨੀਐ ਹੋਏ ਨਾ ਤੈਸਾ। ਜਿੱਦਾਂ ਦਾ ਮੰਨ ਕੇ ਬੈਠੇ ਉੱਦਾਂ ਦਾ ਹੈ ਹੀ ਨਹੀਂਗਾ। ਅਸੀਂ ਮੰਨ ਕੇ ਬੈਠੇ ਹਾਂ ਵਸਤੂ ਮਰ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਅਸੀਂ ਇੱਕ ਪੱਖ ਤਾਂ ਠੀਕ ਹੈ ਸਾਡਾ ਖਤਮ ਹੋ ਗਈ, ਉਹਦਾ ਰੂਪ ਖਤਮ ਹੋਇਆ, ਪਰ ਜਿਹੜੀ ਵਸਤੂ ਦਾ ਤੱਤ ਸਾਰ ਹੈ ਉਹ ਕਦੇ ਖਤਮ ਨਹੀਂ ਹੁੰਦਾ, ਉਹ ਕਦੇ ਖਤਮ ਨਹੀਂ ਹੁੰਦਾ। ਸਰੀਰ ਖਤਮ ਹੋ ਜਾਂਦਾ ਹੈ, ਪਰ ਸਰੀਰ ਨੂੰ ਚਲਾਉਣ ਵਾਲੇ ਜਿਹੜੇ ਤੱਤ ਨੇ ਉਹ ਕਦੇ ਖਤਮ ਨਹੀਂ ਹੁੰਦੇ, ਉੱਦਾਂ ਦੇ ਉੱਦਾਂ ਹੀ ਨੇ, ਕਾਇਮ ਹੀ ਨੇ ਉੱਦਾਂ ਹੀ, ਕੋਈ ਬਹੁਤਾ ਫਰਕ ਨਹੀਂ ਪੈਂਦਾ ਉਹਨਾਂ ਦੇ ਵਿੱਚ। ਅਸੀਂ ਕਹਿ ਦਿੰਦੇ ਹਾਂ ਪੈਸਾ ਖਤਮ ਹੋ ਗਿਆ, ਨਹੀਂ, ਪੈਸਾ ਸਗੋਂ ਇਸ ਧਰਤੀ ਤੇ ਬਹੁਤ ਹੈ। ਕਿਸੇ ਕੋਲ ਸਿਆਣਪ ਹੈਗੀ ਆ, ਵੱਧ ਇਕੱਠਾ ਕਰ ਲੈਂਦਾ, ਕਿਸੇ ਕੋਲ ਹੈ ਹੀ ਨਹੀਂ, ਉਹ ਨਹੀਂ ਇਕੱਠਾ ਕਰ ਪਾਉਂਦਾ। ਪਰ ਇਹ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ, ਬੜਾ ਕੁਝ ਇੱਥੇ ਪਿਆ ਹੋਇਆ ਹੈ, ਬੜਾ ਕੁਝ ਪਿਆ ਹੋਇਆ ਇੱਥੇ। ਸੋ ਇਸ ਕਰਕੇ ਪਾਤਸ਼ਾਹ ਦਾ ਜੋ ਪਾਵਨ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ, ਭਗਤ ਜੀ ਕਹਿੰਦੇ ਜਿੱਦਾਂ ਦਾ ਅਸੀਂ ਮੰਨ ਕੇ ਬੈਠੇ ਹੋਏ ਹਾਂ ਨਾ, ਉਹ ਚੀਜ਼ ਸਾਡੇ ਸਾਹਮਣੇ ਹੈ ਨਹੀਂ। ਅਸੀਂ ਕਿੱਦਾਂ ਦਾ ਸਮਝਦੇ ਹਾਂ, ਕੀ ਸੋਚ ਕੇ ਬੈਠੇ ਹੋਏ ਹਾਂ, ਉਹ ਚੀਜ਼ ਹੈ ਨਹੀਂ। ਜਿੱਦਾਂ ਦਾ ਅਸੀਂ ਸੋਚਦੇ ਹਾਂ ਨਾ ਉੱਦਾਂ ਦਾ ਹੁੰਦਾ ਨਹੀਂ ਹੈ। ਅਸੀਂ ਕਹਿ ਦਿੰਦੇ ਹਾਂ ਰੱਬ ਕਿਤੇ ਵੱਖਰਾ ਬੈਠਾ ਹੈ, ਅਸੀਂ ਸੋਚਦੇ ਹਾਂ ਕਿ ਰੱਬ ਕਿਸੇ ਖਾਸ ਜਗ੍ਹਾ 'ਤੇ ਮੌਜੂਦ ਹੈ। ਸਾਡੀ ਸੋਚ, ਸਾਡਾ ਭੁਲੇਖਾ ਇਸ ਗੱਲ ਦੇ ਵਿੱਚ ਅੜਿਆ ਹੋਇਆ ਹੈ, ਪਰ ਭਗਤ ਜੀ ਨੇ ਇਸ ਭੁਲੇਖੇ ਨੂੰ ਦੂਰ ਕੀਤਾ। ਭਗਤ ਜੀ ਕਹਿੰਦੇ ਰਾਗ ਸੋਰਠ ਬਾਣੀ, ਰਾਗ ਬਾਣੀ ਸੋਰਠ ਦੇ ਵਿੱਚ ਹੈ। ਭਗਤ ਰਵਿਦਾਸ ਜੀ ਕੀ, ਇਹ ਸ਼ਬਦ ਭਗਤ ਰਵਿਦਾਸ ਜੀ ਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇੱਕ ਹੈ, ਉਹ ਸੱਚ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜਬ ਹਮ ਹੋਤੇ, ਜਬ ਹਮ ਹੋਤੇ, ਜਦੋਂ ਤੱਕ ਮੈਂ ਹੀ ਮੈਂ ਹਾਂ, ਜਦੋਂ ਤੱਕ ਮੇਰਾ ਹੀ ਹੰਕਾਰ ਹੈ, ਸਿਰਫ ਮੈਂ ਹੀ ਮੌਜੂਦ ਹਾਂ, ਮੇਰੇ ਤੋਂ ਇਲਾਵਾ ਇੱਥੇ ਕੋਈ ਨਹੀਂ ਹੈਗਾ। ਭਾਵ ਜਿੰਨਾ ਚਿਰ ਤੱਕ ਸਾਡਾ ਹੰਕਾਰ ਬੋਲਦਾ ਹੈ, ਸਿਰਫ ਮੈਂ ਹੀ ਮੈਂ ਬੋਲਦਾ ਕਿ ਮੈਂ ਹੀ ਹਾਂ ਇੱਥੇ ਸਭ ਕੁਝ, ਮੇਰੀ ਹੋਂਦ ਹੈ ਸਭ ਕੁਝ। ਸੱਚ ਜਾਣਨਾ ਜਿੱਥੇ ਮੈਂ ਹਾਂ ਮਾਲਕਾ, ਉੱਥੇ ਤੂੰ ਨਹੀਂ ਹੈਗਾ। ਤੇ ਜਿੱਥੇ ਫਿਰ ਮਾਲਕ ਹੋਵੇ ਉੱਥੇ ਫਿਰ ਆਪਾਂ ਨਹੀਂ ਹੁੰਦੇ। ਜਾਂ ਤਾਂ ਫਿਰ ਮੇਰੀ ਹਸਤੀ ਕਾਇਮ ਰਹੂਗੀ, ਜਾਂ ਫਿਰ ਮਾਲਕ ਦੀ ਹਸਤੀ ਕਾਇਮ ਰਹੂਗੀ। ਜਾਂ ਉੱਥੇ ਹੰਕਾਰ ਰਹੂਗਾ, ਜਾਂ ਉੱਥੇ ਨਿਰੰਕਾਰ ਰਹੂਗਾ, ਇੱਕ ਚੀਜ਼ ਰਹਿਣੀ ਉੱਥੇ। ਜਦੋਂ ਤੱਕ ਮੈਂ ਆ ਕਿ ਸਿਰਫ ਮੈਂ ਹੀ ਮੈਂ ਆ, ਮੈਂ ਹੀ ਸੋਚ ਰਿਹਾ ਸਭ ਕੁਝ, ਮੇਰੇ ਅੰਦਰ ਸਿਰਫ ਮੈਂ ਹੀ ਚੱਲ ਰਹੀ ਹੈ। ਪਰ ਪਾਤਸ਼ਾਹ ਕਹਿੰਦੇ ਜਿੱਥੇ ਹੰਕਾਰ ਹੈ ਨਾ ਉੱਥੇ ਮਾਲਕ ਨਹੀਂ ਹੁੰਦਾ। ਜਦੋਂ ਤੱਕ ਇਹ ਸਮਝ ਹੈ ਕਿ ਜਦੋਂ ਤੱਕ ਮੈਂ ਹੀ ਹਾਂ, ਮੈਂ ਹੀ ਕਰ ਸਕਦਾ ਸਭ ਕੁਝ, ਜਬ ਹਮ ਹੋਤੇ ਤਬ ਤੂੰ ਨਾਹੀਂ, ਉਦੋਂ ਤੱਕ ਤੂੰ ਨਹੀਂ ਹੈਗਾ। ਅਬ ਤੂੰ ਹੀ ਮੈਂ ਨਾਹੀਂ, ਜਦੋਂ ਮਾਲਕਾ ਤੂੰ ਪ੍ਰਗਟ ਹੋਇਆ ਨਾ, ਜਦੋਂ ਤੇਰੀ ਸਮਝ ਲੱਗੇ ਮੈਨੂੰ, ਉਦੋਂ ਮੈਨੂੰ ਪਤਾ ਲੱਗਾ ਮੈਂ ਤਾਂ ਕੁਝ ਵੀ ਨਹੀਂ ਹੈਗਾ। ਬੰਦਾ ਇੱਦਾਂ ਕਈ ਵਾਰੀ ਸੋਚਦਾ, ਜਦੋਂ ਤੱਕ ਬੰਦਾ ਆਪਦੀ ਵਾਹ ਲਾਉਂਦਾ ਹੈ, ਲਾਈ ਜਾਂਦਾ, ਜਿੰਨਾ ਚਿਰ ਤੱਕ ਬੰਦੇ ਦੀ ਸ਼ਕਤੀ ਕੰਮ ਕਰਦੀ ਹੈ, ਕਰੀ ਜਾਂਦਾ, ਆਖਰ ਨੂੰ ਇੱਕ ਸਮਾਂ ਐਸਾ ਆਉਂਦਾ ਜਦੋਂ ਬਾਹਾਂ ਖੜੀਆਂ ਕਰ ਦਿੰਦਾ, ਰੱਬਾ ਹੁਣ ਤਾਂ ਬਸ ਤੂੰ ਹੀ ਹੈ, ਹੁਣ ਕੁਝ ਨਹੀਂ ਹੈਗਾ ਇੱਥੇ। ਉਦੋਂ ਤੂੰ ਹੀ ਤੂੰ ਹੈ, ਤੇਰੇ ਤੋਂ ਇਲਾਵਾ ਹੁਣ ਕੁਝ ਨਹੀਂ ਹੋਣਾ ਇੱਥੇ। ਬਸ ਜਦੋਂ ਡਾਕਟਰ ਵੀ ਕਹਿ ਦਿੰਦਾ ਨਾ ਕਿ ਨਾ ਵੀ ਹੁਣ ਅਸੀਂ ਕੁਝ ਨਹੀਂ ਕਹਿ ਸਕਦੇ, ਫਿਰ ਹੱਥ ਜੁੜਦੇ ਨੇ ਦੋਨੇ। ਜਦੋਂ ਕਹਿ ਦਿੰਦਾ ਬਸ ਮੈਂ ਹੀ ਮੈਂ ਹਾਂ, ਐਂ ਬਾਹਾਂ ਖੜੀਆਂ ਕਰਦਾ ਕਿ ਸਿਰਫ ਮੈਂ ਹਾਂ, ਜਦੋਂ ਡਾਕਟਰ ਕਹਿ ਦਿੰਦੇ ਕਿ ਨਹੀਂ ਹੁਣ ਕੁਝ ਨਹੀਂ ਕਰ ਸਕਦੇ, ਫਿਰ ਉਦੋਂ ਹੱਥ ਜੁੜ ਜਾਂਦੇ ਨੇ, ਉਦੋਂ ਫਰਕ ਪੈ ਜਾਂਦਾ। ਪਾਤਸ਼ਾਹ ਕੀ ਕਹਿੰਦੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਅਸੀਂ ਸੋਚਦੇ ਹਾਂ ਮੈਂ ਤੇ ਅਕਾਲ ਪੁਰਖ ਅਸੀਂ ਵੱਖਰੇ ਵੱਖਰੇ, ਮਾਲਕ ਮੇਰੇ ਵਿੱਚ ਹੈ ਤੇ ਮੈਂ ਮਾਲਕ ਵਿੱਚ ਹਾਂ।
ਮਾਲਕ ਸਾਡੇ ਹਿਰਦੇ ਵਿੱਚ ਵਸਦਾ ਹੈ ਤੇ ਅਸੀਂ ਮਾਲਕ ਕਰਕੇ ਵਸਦੇ ਹਾਂ। ਇਹ ਹਮੇਸ਼ਾ ਯਾਦ ਰੱਖਣਾ, ਫਰਕ ਦੋਨਾਂ ਵਿੱਚ ਨਹੀਂ ਹੈ। ਭਗਤ ਜੀ ਕਹਿੰਦੇ ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਨਾ ਜਿਵੇਂ, ਪਰ ਸਮੁੰਦਰ ਦੇ ਵਿੱਚ ਤੇ ਲਹਿਰਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਸਮੁੰਦਰ ਦਾ ਪਾਣੀ ਤੇ ਲਹਿਰਾਂ ਇੱਕੋ ਹੀ ਨੇ। ਲਹਿਰਾਂ ਦਾ ਪਾਣੀ ਤੇ ਸਮੁੰਦਰ ਦਾ ਪਾਣੀ, ਬਸ ਕੁਝ ਸਮੇਂ ਵਾਸਤੇ ਉਹਦਾ ਰੂਪ ਬਦਲਿਆ ਉਹਨੇ, ਬਾਹਰ ਉਹਨੇ ਛੱਲ ਮਾਰੀ, ਛੱਲ ਮਾਰ ਕੇ ਫਿਰ ਵਾਪਸ ਕਿੱਥੇ ਜਾਣਾ ਉਹਨੇ, ਉੱਥੇ ਹੀ। ਇਸੇ ਤਰ੍ਹਾਂ ਹੀ ਕੁਦਰਤ ਦਾ ਸਿਸਟਮ ਚੱਲਦਾ ਹੈ। ਮਨੁੱਖ ਜਿੱਥੋਂ ਧਰਤੀ 'ਚੋਂ ਪੈਦਾ ਹੋਇਆ ਹੈ ਨਾ, ਜਿਸ ਅੰਨ ਦੇ ਵਿੱਚੋਂ ਮਨੁੱਖ ਪੈਦਾ ਹੋਇਆ ਹੈ, ਜਿਸ ਭੋਜਨ ਦੇ ਵਿੱਚੋਂ ਮਨੁੱਖ ਪੈਦਾ ਹੋਇਆ ਹੈ, ਸੱਚ ਜਾਣਨਾ ਉਹਦੇ ਵਿੱਚ ਹੀ ਫਿਰ ਉਹਨੇ ਜਾ ਕੇ ਰਲ ਜਾਣਾ, ਉਹਦੇ ਵਿੱਚ ਹੀ ਉਹਨੇ ਜਾ ਕੇ ਰਲ ਜਾਣਾ। ਮਿੱਟੀ ਦੇ ਵਿੱਚ ਭੋਜਨ ਪੈਦਾ ਹੁੰਦਾ ਹੈ, ਮਿੱਟੀ ਦੇ ਵਿੱਚ ਕਣਕ ਪੈਦਾ ਹੁੰਦੀ ਹੈ, ਮਿੱਟੀ ਦੇ ਵਿੱਚ ਸਬਜ਼ੀਆਂ ਪੈਦਾ ਹੁੰਦੀਆਂ ਨੇ, ਮਿੱਟੀ ਦੇ ਵਿੱਚ ਫਲ ਫਰੂਟ ਸਭ ਕੁਝ ਜੋ ਕੁਝ ਆਪਾਂ ਖਾਂਦੇ ਹਾਂ ਕਿੱਥੋਂ ਪੈਦਾ ਹੁੰਦਾ, ਸਾਰਾ ਕੁਝ ਮਿੱਟੀ 'ਚੋਂ। ਮਿੱਟੀ ਆਪਣਾ ਰੂਪ ਬਦਲਦੀ ਹੈ, ਅਨਾਜ ਪੈਦਾ ਕਰ ਦਿੰਦੀ ਹੈ, ਅਨਾਜ ਅਸੀਂ ਖਾਂਦੇ ਹਾਂ, ਸਾਡੇ ਅੰਦਰ ਖੂਨ ਬਣਦਾ ਹੈ, ਖੂਨ ਤੋਂ ਅੱਗੇ ਨਵੇਂ ਜੀਵ ਦਾ ਜਨਮ ਹੁੰਦਾ ਹੈ। ਉਹ ਜੀਵ ਦਾ ਹੁਣ ਭੋਜਨ ਕੀ ਹੈ, ਉਹੀ ਭੋਜਨ ਜਿਹੜਾ ਮਿੱਟੀ 'ਚੋਂ ਪੈਦਾ ਹੋਇਆ ਸੀ। ਥੋੜ੍ਹਾ ਬਰੀਕੀ ਨਾਲ ਸੋਚਿਓ, ਪਾਤਸ਼ਾਹ ਨੇ ਇਸੇ ਕਰਕੇ ਬਾਣੀ ਦੇ ਵਿੱਚ ਇਹ ਸਭ ਵਿਚਾਰਾਂ ਰੱਖੀਆਂ ਨੇ ਕਿ ਮਿੱਟੀ ਦੇ ਵਿੱਚੋਂ ਸਭ ਭੋਜਨ ਪੈਦਾ ਹੋਇਆ ਅਤੇ ਭੋਜਨ ਦੇ ਵਿੱਚੋਂ ਮਨੁੱਖ ਦੀ ਉਤਪੱਤੀ ਹੁੰਦੀ ਹੈ। ਅਤੇ ਮਨੁੱਖ ਨੇ ਹੁਣ ਜਿਉਣਾ ਹੈ ਅਤੇ ਜਿਉਣ ਵਾਸਤੇ ਉਹਨੂੰ ਉਹ ਕੁਝ ਖਾਣਾ ਪਊਗਾ ਜਿਹੜਾ ਮਿੱਟੀ 'ਚੋਂ ਪੈਦਾ ਹੋਇਆ। ਹੁਣ ਖਾਣਾ ਵੀ ਉਹੀ ਪਊਗਾ। ਕਣਕ ਕਿੱਥੋਂ ਪੈਦਾ ਹੋਈ, ਮਿੱਟੀ 'ਚੋਂ। ਫਲ ਕਿੱਥੋਂ ਪੈਦਾ ਹੋਏ, ਮਿੱਟੀ 'ਚੋਂ। ਸਬਜ਼ੀਆਂ ਕਿੱਥੇ ਪੈਦਾ ਹੋਈਆਂ, ਮਿੱਟੀ 'ਚ। ਸਭ ਕੁਝ ਉਹਨੂੰ ਫਿਰ ਮਿੱਟੀ 'ਚ ਖਾਣਾ ਪੈਣਾ। ਮਿੱਟੀ ਤੋਂ ਹੀ ਪੈਦਾ ਹੋਇਆ ਅਤੇ ਮਿੱਟੀ ਦੇ ਵਿੱਚ ਜਾ ਕੇ ਉਹਨੇ ਫੇਰ ਸਮਾ ਜਾਣਾ। ਬਾਬਾ ਫਰੀਦ ਜੀ ਇਸੇ ਕਰਕੇ ਕਹਿੰਦੇ ਸੀ, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਖਾਕ ਨਾ ਨਿੰਦੀ ਹੈ, ਖਾਕ ਮਿੱਟੀ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਇਹ ਮਿੱਟੀ ਦੇ ਬਰਾਬਰ ਕੋਈ ਨਹੀਂ ਹੈਗਾ, ਮਿੱਟੀ ਵਰਗਾ ਕੁਝ ਨਹੀਂ ਹੈਗਾ ਇੱਥੇ। ਐਵੇਂ ਮਿੱਟੀ ਦੀ ਨਿੰਦਿਆ ਨਾ ਕਰੀ ਜਾਈਏ ਕਿ ਸਾਡੇ ਮਿੱਟੀ ਲੱਗ ਗਈ, ਮਿੱਟੀ ਲੱਗ ਗਈ। ਇਸ ਮਿੱਟੀ ਦੇ ਵਿੱਚੋਂ ਸਾਨੂੰ ਸਭ ਕੁਝ ਮਿਲਣਾ ਹੈ। ਪਿੰਡਾਂ ਦੇ ਵਿੱਚ ਜਿਹੜੇ ਬੱਚੇ ਮਿੱਟੀ ਦੇ ਵਿੱਚ ਖੇਡਦੇ ਨੇ ਉਹਨਾਂ ਨੂੰ ਰੋਗ ਬਹੁਤ ਘੱਟ ਲੱਗਦੇ ਨੇ। ਸ਼ਹਿਰਾਂ ਵਾਲੇ ਅਸੀਂ ਕਹਿ ਦਿੰਦੇ ਹਾਂ ਮਿੱਟੀ ਦੇ ਵਿੱਚ ਨਹੀਂ ਖੇਡਣਾ ਚਾਹੀਦਾ, ਇੱਥੇ ਜਰਾਸੀਮ ਪੈਦਾ ਹੁੰਦੇ ਨੇ। ਜਿਹੜੇ ਪਿੰਡਾਂ ਵਾਲੇ ਨੇ ਉਹ 70 80 90 ਸਾਲ ਤੱਕ ਭੱਜੇ ਫਿਰਦੇ ਨੇ। ਸ਼ਹਿਰਾਂ ਵਾਲੇ 40 50 ਸਾਲ ਦੀ ਉਮਰ ਦੇ ਵਿੱਚ ਕਹਿ ਦਿੰਦੇ ਸਾਨੂੰ ਸ਼ੂਗਰ ਹੋ ਗਈ, ਸਾਨੂੰ ਹਾਰਟ ਅਟੈਕ ਆ ਗਿਆ, ਸਾਨੂੰ ਰੋਗ ਲੱਗ ਗਏ। ਇਹ ਸੱਚ ਜਾਣਨਾ। ਸ਼ਹਿਰਾਂ ਵਾਲੇ ਹਸਪਤਾਲਾਂ 'ਚ ਵੱਧ ਭੱਜਦੇ ਨੇ, ਪਿੰਡਾਂ ਵਾਲੇ ਕੁਝ ਘੱਟ ਭੱਜਦੇ ਨੇ, ਕਿਉਂਕਿ ਮਿੱਟੀ 'ਚ ਰਹਿੰਦੇ ਨੇ, ਮਿੱਟੀ ਨਾਲ ਉਹ ਟੱਚ ਦੇ ਵਿੱਚ ਨੇ ਮਿੱਟੀ ਦੇ। ਪਾਤਸ਼ਾਹ ਕੀ ਕਹਿੰਦੇ, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਮਿੱਟੀ ਦੇ ਵਰਗਾ ਕੋਈ ਨਹੀਂ ਹੈਗਾ। ਜੀਵਦਿਆਂ ਪੈਰਾਂ ਤਲੇ ਅਸੀਂ ਜਿਉਂਦੇ ਹਾਂ, ਸਾਡੇ ਪੈਰਾਂ ਥੱਲੇ ਮਿੱਟੀ ਰਹਿੰਦੀ ਹੈ। ਮੋਇਆਂ ਉੱਪਰ ਹੋਏ, ਜਦੋਂ ਮਰ ਜਾਂਦੇ ਹਾਂ ਫਿਰ ਮਿੱਟੀ ਸਾਡੇ ਉੱਤੇ ਆਉਂਦੀ, ਫਿਰ ਅਸੀਂ ਮਿੱਟੀ 'ਚ ਦੱਬੇ ਜਾਂਦੇ ਹਾਂ। ਉਦੋਂ ਜਾਂ ਸਾਡੀ ਸਵਾਹ ਬਣ ਕੇ ਮਿੱਟੀ 'ਚ ਦੱਬੀ ਜਾਊਗੀ, ਜਾਂ ਉੱਦਾਂ ਸਾਨੂੰ ਮਿੱਟੀ 'ਚ ਦੱਬ ਦਿੱਤਾ ਜਾਊਗਾ। ਇਹ ਬਾਬਾ ਫਰੀਦ ਜੀ ਦਾ ਬਚਨ ਹੈ ਕਿ ਮਿੱਟੀ ਦੇ ਵਰਗਾ ਕੋਈ ਨਹੀਂ ਹੈਗਾ। ਇਸੇ ਤਰ੍ਹਾਂ ਹੀ ਸਮੁੰਦਰ ਦੇ ਵਿੱਚ ਅਤੇ ਲਹਿਰਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਸਾਡੇ ਵਿੱਚ ਅਤੇ ਅਕਾਲ ਪੁਰਖ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਅਸੀਂ ਦੋਨੇ ਇੱਕੋ ਹੀ ਹਾਂ। ਅਸੀਂ ਉਹਦਾ ਹੀ ਰੂਪ ਹਾਂ, ਉਹਦਾ ਹੀ ਹਿੱਸਾ ਹਾਂ, ਕੁਦਰਤ ਦਾ ਹੀ। ਇਸ ਕੁਦਰਤ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਕੁਦਰਤ ਦੇ ਸਹਾਰੇ ਹਾਂ, ਕੁਦਰਤ ਸਾਡੇ ਸਹਾਰੇ ਹੈ। ਦੋਨੇ ਰਲ ਕੇ ਚੱਲਦੇ ਨੇ। ਤਾਂ ਇਸ ਕੁਦਰਤ ਦੇ ਵਿੱਚੋਂ ਮਨੁੱਖ ਖਤਮ ਹੋ ਜਾਣ ਅਤੇ ਕੁਦਰਤ ਖਤਮ ਹੋ ਜਾਏਗੀ। ਇਹ ਸੱਚ ਹੈ। ਜੇ ਮਨੁੱਖ ਖਤਮ ਹੋ ਗਏ, ਜਿੰਨੇ ਜੀਵ ਜੰਤੂ ਮਨੁੱਖ ਦੇ ਸਹਾਰੇ ਪਾਲਦੇ ਨੇ ਸਭ ਖਤਮ ਹੋ ਜਾਣੇ। ਕਿਉਂਕਿ ਕਈ ਵਾਰੀ ਮਨੁੱਖ ਖਾਂਦੇ ਕੋਈ ਨਾ ਕੁਝ ਇਹੋ ਜਿਹੇ ਟੁਕੜੇ ਛੱਡ ਦਿੰਦਾ ਹੈ, ਕੀੜੀਆਂ ਤੋਂ ਵੀ ਮਿਲ ਜਾਂਦੇ ਨੇ, ਪੰਛੀਆਂ ਨੂੰ ਵੀ ਮਿਲ ਜਾਂਦੇ ਨੇ, ਕੁੱਤਿਆਂ ਨੂੰ ਵੀ ਮਿਲ ਜਾਂਦੇ ਨੇ। ਇਹ ਮਨੁੱਖ ਦੇ ਸਹਾਰੇ ਹੀ ਇਹ ਸਭ ਕੁਝ ਚੱਲ ਰਿਹਾ। ਸੱਚ ਜਾਣਨਾ, ਮਨੁੱਖ ਇੱਕ ਤਰ੍ਹਾਂ ਦਾ ਬਹੁਤ ਵੱਡਾ ਰੱਬ ਵੀ ਹੈ, ਮਨੁੱਖ ਦਾਤਾ ਵੀ ਹੈ ਕਈ ਚੀਜ਼ਾਂ ਦਾ। ਇਹ ਚੀਜ਼ਾਂ ਸਮਝਣੀਆਂ ਪੈਣੀਆਂ। ਬਾਬਾ ਕਬੀਰ ਰਵਿਦਾਸ ਜੀ ਕਹਿੰਦੇ ਜਿਵੇਂ ਸਮੁੰਦਰ ਅਤੇ ਲਹਿਰਾਂ ਦੇ ਵਿੱਚ ਕੋਈ ਫਰਕ ਨਹੀਂ ਆ, ਅਕਾਲ ਪੁਰਖ ਅਤੇ ਤੇਰੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਤੂੰ ਹੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕੌਣ ਕਹਿੰਦੇ ਨੇ? ਭਗਤ ਰਵਿਦਾਸ ਜੀ। ਮੇਰੇ ਵਿੱਚ ਤੇਰੇ ਵਿੱਚ, ਤੇਰੇ ਵਿੱਚ ਮੇਰੇ ਵਿੱਚ ਕੋਈ ਫਰਕ ਨਹੀਂ। ਕਿੱਦਾਂ? ਕਣਕ ਕਟਕ ਜਲ ਤਰੰਗ ਜੈਸਾ। ਜਿਵੇਂ ਸੋਨਾ ਅਤੇ ਸੋਨਾ ਦੇ ਗਹਿਣੇ ਇੱਕੋ ਹੀ ਨੇ, ਪਾਣੀ ਅਤੇ ਪਾਣੀ ਦੀਆਂ ਲਹਿਰਾਂ ਇੱਕੋ ਹੀ ਨੇ। ਮੇਰੇ ਵਿੱਚ ਅਤੇ ਤੇਰੇ ਵਿੱਚ, ਤੇਰੇ ਵਿੱਚ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈਗਾ। ਭਗਤ ਜੀ ਕੀ ਕਹਿੰਦੇ? ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ। ਕਹਿੰਦੇ ਰਾਜਾ ਹੈ, ਰਾਜਾ ਕੀ ਸੋਚਦਾ? ਸਿੰਘਾਸਣ 'ਤੇ ਪਿਆ, ਰਾਜ ਹੁਕਮ ਚਲਾ ਰਿਹਾ। ਉਹਦੇ ਆਲੇ ਦੁਆਲੇ ਨੌਕਰ ਚਾਕਰ ਬੜੇ ਨੇ, ਬੜਾ ਰਾਜ ਭਾਗ, ਆਲੀਸ਼ਾਨ ਮਾਹੌਲ ਉਹਦੇ ਸਾਹਮਣੇ।
ਕਹਿੰਦਾ ਸੌਂ ਗਿਆ ਕਿਤੇ ਆਪਣੇ ਸਿੰਘਾਸਣ 'ਤੇ। ਸੁੱਤੇ ਸੁੱਤੇ ਉਹਨੂੰ ਸੁਪਨਾ ਆ ਗਿਆ ਕਿ ਮੈਂ ਤਾਂ ਗਲੀਆਂ ਦੇ ਵਿੱਚ ਠੂਠਾ ਫੜ ਕੇ ਮੰਗੀ ਜਾਂਦਾ, ਭਿਖਾਰੀ ਬਣ ਗਿਆ ਮੈਂ। ਤੇ ਦੁਖੀ ਹੋਇਆ, ਉੱਠਿਆ ਇੱਕੇ ਦਮ ਤੇ ਦੁਖੀ ਹੋਇਆ। ਸਭ ਕੁਝ ਹੁੰਦਿਆਂ ਸੁਣਦਿਆਂ ਵੀ ਉਹ ਦੁਖੀ ਹੋ ਗਿਆ। ਸਭ ਕੁਝ ਮੌਜੂਦ ਹੈ, ਸਭ ਕੁਝ ਕੋਲ, ਰਾਜ ਉਹਦੇ ਕੋਲ ਹੈ, ਪਰ ਫਿਰ ਵੀ ਰਾਜ ਹੁੰਦੇ ਸਾਰ ਵੀ ਉਹ ਦੁਖੀ ਹੋਇਆ। ਕਿਉਂ? ਕਿਉਂਕਿ ਉਹਨੂੰ ਇਹ ਚੇਤਾ ਹੀ ਭੁੱਲ ਗਿਆ ਕਿ ਮੈਂ ਤਾਂ ਰਾਜਾ ਹਾਂ। ਉਹਨੂੰ ਚੇਤਾ ਭੁੱਲ ਗਿਆ, ਸੁਪਨੇ ਦੇ ਵਿੱਚ ਜਾ ਗਵਾਚ ਗਿਆ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ। ਰਾਜ ਕੋਲ ਹੈ ਉਹਦੇ, ਵਿਛਰਤ ਦੁੱਖ ਪਾਇਆ, ਆਪਣੇ ਰਾਜ ਤੋਂ ਵਿਛੜ ਗਿਆ। ਪਰ ਉਹ ਸੋਚਣ ਲੱਗ ਪਿਆ ਕਿ ਸਿਰਫ ਮੈਂ ਹੀ ਮੈਂ ਸੀ। ਉਹ ਸੋਚਣ ਲੱਗ ਪਿਆ ਕਿ ਸਿਰਫ ਮੈਂ ਹਾਂ। ਪਰ ਜਦੋਂ ਮਾੜਾ ਜਿਹਾ ਸੁਪਨਾ ਆਇਆ ਉਸੇ ਵੇਲੇ ਦੁੱਖ ਹੋਇਆ। ਸੋ ਗਤ ਭਈ ਹਮਾਰੀ, ਇਸੇ ਤਰ੍ਹਾਂ ਦੀ ਹਾਲਤ ਸਾਡੀ ਹੋਈ ਪਈ ਹੈ। ਅਸੀਂ ਕੁਦਰਤ ਦੇ ਵਿੱਚ ਵੀ ਰਹਿੰਦੇ ਹਾਂ, ਪਰ ਕੁਦਰਤ ਦਾ ਆਨੰਦ ਨਹੀਂ ਮਾਣ ਪਾਉਂਦੇ, ਤਾਂ ਹੀ ਤਾਂ ਦੁਖੀ ਹੁੰਦੇ ਹਾਂ। ਸਾਡੇ ਕੋਲ ਸਭ ਕੁਝ ਹੈਗਾ, ਪਰ ਫਿਰ ਵੀ ਅਸੀਂ ਦੁਖੀ ਹਾਂ। ਸਾਡੇ ਕੋਲ ਸਭ ਕੁਝ ਮੌਜੂਦ ਹੈ, ਵਰਤਣ ਵਾਸਤੇ, ਰੋਟੀ ਪਾਣੀ ਖਾਣ ਵਾਸਤੇ ਸਭ ਕੁਝ ਕੋਲ ਹੈ, ਅਸੀਂ ਫਿਰ ਵੀ ਦੁਖੀ ਹਾਂ। ਬਾਬਾ ਭਗਤ ਰਵਿਦਾਸ ਜੀ ਕਹਿੰਦੇ ਆਹ ਹਾਲਤ ਸਾਡੀ ਹੋਈ ਪਈ ਹੈ। ਭੁਲੇਖੇ ਪਏ ਹੋਏ ਨੇ ਸਾਡੇ ਮਨ ਦੇ ਵਿੱਚ ਕਿ ਸ਼ਾਇਦ ਕੁਝ ਵੱਖਰਾ ਹੈ ਇਸ ਧਰਤੀ ਦੇ ਉੱਪਰ। ਨਹੀਂ, ਕੁਦਰਤ ਅਤੇ ਕਾਦਰ ਇੱਕੋ ਹੀ ਹੈ, ਬਸ ਆਪਣਾ ਰੂਪ ਬਦਲ ਲੈਂਦੀ ਹੈ ਕੁਦਰਤ ਕਦੇ ਵਿੱਚੋਂ ਤੱਤ ਕਦੇ ਖਤਮ ਨਹੀਂ ਹੁੰਦੇ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਕਹਿੰਦੇ ਰਾਜ, ਰੱਸੀ ਨੂੰ ਕਹਿੰਦੇ ਨੇ ਰਾਜ। ਕਹਿੰਦੇ ਰਾਜ ਰੱਸੀ, ਰੱਜ ਆਪਾਂ ਕਈ ਵਾਰੀ ਰੱਜ ਲਫ਼ਜ਼ ਵਰਤ ਦਿੰਦੇ ਹਾਂ। ਰੱਜ ਰੱਸੀ ਨੂੰ ਕਹਿ ਦਿੰਦੇ ਨੇ। ਰੱਸੀ ਦੇ ਵਿੱਚ ਅਤੇ ਸੱਪ ਦੇ ਵਿੱਚ ਜੋ ਕਹਾਣੀ ਚੱਲਦੀ ਹੈ, ਪ੍ਰਸੰਗ ਜਿਹੜੇ ਕਹਾਣੀ ਦੇ ਹੁੰਦੇ ਨੇ, ਕਹਿੰਦੇ ਰੱਸੀ ਅਤੇ ਸੱਪ ਇੱਕੋ ਜਿਹੀ ਲੱਗਦੀ। ਕਦੋਂ? ਜਦੋਂ ਭੁਲੇਖਾ ਹੋਵੇ, ਹਨੇਰਾ ਹੋਵੇ, ਰੱਸੀ ਪਈ ਹੋਵੇ ਅਤੇ ਸੱਪ ਦਾ ਭੁਲੇਖਾ ਪਾਉਂਦੀ ਹੈ, ਡਰਦਾ ਹੈ ਮਨੁੱਖ। ਚਾਨਣ ਹੋਵੇ ਤਾਂ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਰੱਸੀ ਸੀ ਇਹ, ਜਿਹਨੂੰ ਮੈਂ ਸੱਪ ਸਮਝ ਕੇ ਡਰੀ ਗਿਆ। ਇਹ ਤਾਂ ਰੱਸੀ ਹੈ, ਸੱਪ ਸਮਝ ਲਿਆ ਮੈਂ, ਡਰ ਮਨ ਦੇ ਵਿੱਚ ਬੈਠ ਗਿਆ। ਇਹੀ ਹਾਲ ਮਨੁੱਖ ਦਾ ਹੁੰਦਾ ਹੈ। ਇਹੀ ਚੀਜ਼ਾਂ ਮਨੁੱਖ ਨੂੰ ਡਰਾਉਂਦੀਆਂ ਨੇ। ਹੁੰਦਾ ਕੁਝ ਹੋਰ ਹੈ, ਬਣ ਕੁਝ ਹੋਰ ਜਾਂਦਾ ਹੈ। ਅਸੀਂ ਸੋਚਦੇ ਕੁਝ ਹੋਰ ਹਾਂ, ਬਣ ਹੁੰਦਾ ਕੁਝ ਹੋਰ ਹੈ। ਅਸੀਂ ਸੋਚਦੇ ਹਾਂ ਕੁਦਰਤ ਕੁਝ ਵੱਖਰੀ ਹੈ, ਕਾਦਰ ਕੁਝ ਵੱਖਰਾ ਹੈ। ਨਹੀਂ, ਕਾਦਰ ਦੇ ਵਿੱਚ ਹੀ ਕੁਦਰਤ ਹੈ ਅਤੇ ਕੁਦਰਤ ਦੇ ਵਿੱਚ ਹੀ ਕਾਦਰ ਹੈ। ਜੋ ਕੁਝ ਦਿਸਦਾ ਹੈ ਉਹਦਾ ਹੀ ਰੂਪ ਹੈ, ਜੋ ਕੁਝ ਨਹੀਂ ਦਿਸਦਾ ਉਹਦਾ ਹੀ ਰੂਪ ਹੈ। ਪੜ੍ਹੋ ਸਤਿਗੁਰ ਦੇ ਬਚਨ। ਵਾਰ-ਵਾਰ ਮੈਂ ਪੰਕਤੀ ਇਸ ਕਰਕੇ ਬੋਲ ਰਹੇ ਹਾਂ ਕਿ ਆਪਾਂ ਨੂੰ ਸਮਝ ਲੱਗ ਜਾਵੇ ਗੱਲ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਕੁਦਰਤ ਦੇ ਵਿੱਚ ਅਤੇ ਕਾਦਰ ਦੇ ਵਿੱਚ, ਕਾਦਰ ਕੁਦਰਤ ਦੇ ਵਿੱਚ ਵਸਦੀ ਆ, ਕੁਦਰਤ ਕਾਦਰ ਦੇ ਵਿੱਚ ਵਸਦਾ ਹੈ। ਖਾਲਕ ਖਲਕ ਵਿੱਚ ਹੈ ਅਤੇ ਖਲਕ ਖਾਲਕ ਵਿੱਚ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਜੋ ਕੁਝ ਦਿਸ ਰਿਹਾ ਹੈ ਉਹ ਵੀ ਰੂਪ ਰੱਬ ਦਾ ਹੀ ਹੈ, ਜੋ ਕੁਝ ਨਹੀਂ ਦਿਸਦਾ ਉਹ ਵੀ ਰੂਪ ਰੱਬ ਦਾ ਹੀ ਹੈ। ਪੜ੍ਹੋ ਇਹ ਵੀ ਬਚਨ। ਨਿਰਗੁਣ ਆਪ ਸਰਗੁਣ ਵੀ ਉਹੀ। ਜੋ ਕੁਝ ਦਿਸਦਾ ਹੈ ਉਹਦਾ ਹੀ ਰੂਪ ਹੈ, ਜੋ ਕੁਝ ਨਹੀਂ ਦਿਸਦਾ ਉਹ ਵੀ ਉਹਦਾ ਰੂਪ ਹੈ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਹਦੀ ਖੇਡ ਹੈ, ਉਹਨੇ ਸਾਰਿਆਂ ਨੂੰ ਬੰਨਿਆ ਹੋਇਆ ਹੈ ਇੱਕ ਧਾਗੇ ਦੇ ਵਿੱਚ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਉਹਨੇ ਸੂਤ ਇੱਕ ਦੇ ਵਿੱਚ ਹਜ਼ਾਰਾਂ ਮੋਤੀ ਪਰੋ ਕੇ ਰੱਖੇ ਹੋਏ ਨੇ। ਸਾਰੇ ਮਨੁੱਖਾਂ ਨੂੰ, ਸਾਰੇ ਜੀਵਨ ਨੂੰ ਇੱਕ ਕੁਦਰਤ ਦੇ ਕਾਨੂੰਨ ਵਿੱਚ ਬੰਨਿਆ ਹੋਇਆ। ਹਿੱਲ ਕੇ ਵਿਖਾਵੇ ਕੋਈ ਮਨੁੱਖ ਮਾੜਾ ਜਿਹਾ, ਜਦੋਂ ਕਿਸੇ ਨੇ ਕੋਈ ਸ਼ਰਾਰਤ ਕੀਤੀ, ਕੁਦਰਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਉਹਨੂੰ ਸਜ਼ਾ ਵੀ ਭੁਗਤਣੀ ਪਊਗੀ ਨਾਲ ਹੀ। ਕੁਦਰਤ ਦੇ ਵਿੱਚ ਰਹਿ ਕੇ ਆਨੰਦ ਮਾਣਿਆ ਜਾ ਸਕਦਾ, ਪਰ ਕੁਦਰਤ ਦੇ ਨਾਲ ਛੇੜਖਾਨੀ ਕਰਕੇ ਆਨੰਦ ਨਹੀਂ ਮਾਣਿਆ ਜਾ ਸਕਦਾ। ਕਿੰਨਾ ਕੁ ਕੁਦਰਤ ਦੇ ਨਾਲ ਜਿੰਨੀ ਕੁ ਛੇੜਛਾੜ ਮਨੁੱਖ ਨੇ ਕੀਤੀ ਹੈ, ਉਹਦਾ ਨਤੀਜਾ ਅਸੀਂ ਪਿਛਲੇ ਸਾਲ ਦੇ ਵਿੱਚ ਭੁਗਤ ਕੇ ਵੇਖਿਆ ਹੋਇਆ ਕਿ ਅਸੀਂ ਕੁਦਰਤ ਦੇ ਨਾਲ ਜੋ ਛੇੜਛਾੜ ਕੀਤੀ ਹੈ ਉਹਦਾ ਨਤੀਜੇ ਕੀ ਹੁੰਦੇ ਨੇ। ਜਿਹੜਾ ਮਨੁੱਖ ਐਂ ਪੂਰੀ 100 ਦੀ ਸਪੀਡ 'ਤੇ ਜਾਂਦਾ ਸੀ, 200 ਦੀ ਸਪੀਡ 'ਤੇ ਜਾਂਦਾ ਸੀ ਕਿ ਮੈਂ ਜਾਵਾਂ ਆਹ ਬੰਨ੍ਹ ਕੇ ਬਿਠਾ ਕੇ ਰੱਖਦੇ ਹਾਂ ਘਰਾਂ ਦੇ ਵਿੱਚ, ਦਰਵਾਜ਼ੇ ਬੰਦ ਨੇ, ਹੁਣ ਨਿਕਲ ਕੇ ਵਿਖਾਵੇ ਮਨੁੱਖ ਬਾਹਰ। ਕੁਦਰਤ ਦੀ ਖੇਡ ਹੈ। ਕਣਕ ਕੱਟ ਕੇ ਜੈਸੇ ਭੂਲ ਪਰੇ, ਅਬ ਕਹਤੇ ਕਹਿਣ ਨਾ ਆਇਆ। ਸੋਨੇ ਦੇ ਵਿੱਚ ਅਤੇ ਗਹਿਣੇ ਦੇ ਵਿੱਚ ਜਿਹੜਾ ਕੋਈ ਫਰਕ ਹੈ ਨਾ, ਉਹ ਕੋਈ ਬਹੁਤਾ ਹੈ ਨਹੀਂ, ਇੱਕੋ ਹੀ ਚੀਜ਼ ਹੈ। ਸਰਬੇ ਏਕ ਅਨੇਕਾ ਸੁਆਮੀ, ਸਭ ਘਟ ਭੋਗਵੈ ਸੋਈ। ਅਕਾਲ ਪੁਰਖ ਇੱਕੋ ਹੀ ਹੈ। ਸਰਬੇ ਏਕ, ਸਭ ਕੁਝ ਇੱਕੋ ਹੀ ਹੈ। ਅਨੇਕਾ ਸੁਆਮੀ, ਰੂਪ ਉਹਦੇ ਅਨੇਕਾਂ ਨੇ। ਹੈ ਇੱਕੋ ਹੀ ਹੈ, ਪਰ ਉਹਦੇ ਰੂਪ ਵੱਖਰੇ ਵੱਖਰੇ ਨੇ। ਤੁਸੀਂ ਅੰਦਾਜ਼ਾ ਲਾਓ, ਇੱਥੇ ਘੜੇ ਪਏ ਹੋਣ ਨਾ, 1000 ਘੜਾ ਪਿਆ ਹੋਵੇ, 1000 ਘੜੇ ਦੇ ਵਿੱਚ ਵੱਖਰਾ ਵੱਖਰਾ ਰੰਗ ਪਾ ਦਿਓ। ਸਾਰੇ ਉਹਦੇ ਕਲਰ ਜਿਹੜੇ ਵੱਖਰੇ ਵੱਖਰੇ ਹੋਣੇ ਚਾਹੀਦੇ। ਇੱਕ ਰੰਗ ਦੂਜੇ ਦੇ ਵਿੱਚ ਨਹੀਂ ਰਲਣਾ ਚਾਹੀਦਾ, ਦੂਜਾ ਰੰਗ ਤੀਜੇ ਦੇ ਵਿੱਚ ਨਹੀਂ ਰਲਣਾ ਚਾਹੀਦਾ।
ਤੁਸੀਂ ਐਕਸਪੈਰੀਮੈਂਟ ਕਰਿਓ। 1000 ਘੜਾ ਪਾਣੀ ਦਾ ਭਰਿਆ ਹੈ, ਉਹਦੇ ਵਿੱਚ ਰੰਗ ਘੋਲਿਆ ਹੋਇਆ ਹੈ, ਅਤੇ ਆਕਾਸ਼ ਦੇ ਵਿੱਚ ਚੰਦ ਹੈ, ਅਤੇ ਹਰੇਕ ਘੜੇ ਦੇ ਵਿੱਚ ਸਾਨੂੰ ਚੰਦ ਦਿਸੇਗਾ, ਕਿਉਂਕਿ ਪਾਣੀ ਦੇ ਵਿੱਚ ਉਹਦਾ ਪਰਛਾਵਾਂ ਪਵੇਗਾ। ਅਤੇ ਇਹ ਵੀ ਸੋਚ ਵੇਖਿਓ, ਅੰਦਾਜ਼ਾ ਲਾਇਓ ਕਿ ਜਿਹੜਾ ਘੜਾ ਹੋਵੇਗਾ ਨਾ, ਜਿੱਦਾਂ ਦਾ ਉਹਦਾ ਰੰਗ ਹੋਵੇਗਾ, ਸੂਰਜ ਚੰਦਰਮਾ ਦਾ ਰੰਗ ਵੀ ਉੱਦਾਂ ਦਾ ਹੀ ਹੋ ਜਾਣਾ। ਉੱਥੇ ਚੰਦਰਮਾ ਇੱਕੋ ਜਿਹਾ ਹੀ ਹੈ, ਉੱਥੇ ਚੰਦ ਦਾ ਰੰਗ ਇੱਕੋ ਜਿਹਾ ਹੀ ਹੈ ਜਿਹੜਾ ਆਕਾਸ਼ ਦੇ ਵਿੱਚ ਚਮਕ ਰਿਹਾ ਹੈ, ਪਰ ਜਿਹਦਾ ਪਰਛਾਵਾਂ ਜੋ ਘੜੇ ਦੇ ਵਿੱਚ ਪੈ ਰਿਹਾ ਹੈ, ਉਹ ਘੜੇ ਦੇ ਪਾਣੀ ਦਾ ਰੰਗ ਜਿੱਦਾਂ ਦਾ ਹੋਵੇਗਾ, ਚੰਦਰਮਾ ਦਾ ਰੰਗ ਵੀ ਉੱਦਾਂ ਦਾ ਹੀ ਹੋ ਜਾਏਗਾ। ਬਸ ਚੰਦ ਇੱਕ ਹੈ, ਉਹਦੇ ਰੂਪ ਵੱਖਰੇ ਵੱਖਰੇ ਹੋ ਜਾਂਦੇ ਨੇ। ਕੁਦਰਤ ਸਭ ਕੁਝ ਇੱਕੋ ਹੀ ਹੈ, ਅਕਾਲ ਪੁਰਖ ਇੱਕੋ ਹੀ ਹੈ, ਬਸ ਉਹਦਾ ਕੁਦਰਤ ਦੇ ਵਿੱਚ ਰੂਪ ਬੜੇ ਵੱਖਰੇ ਵੱਖਰੇ ਨੇ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ। ਉਹ ਸਭ ਚੀਜ਼ਾਂ ਦੇ ਵਿੱਚ ਬੈਠ ਕੇ ਉਸ ਚੀਜ਼ ਨੂੰ ਮਾਣ ਰਿਹਾ ਹੈ। ਕਹਿ ਰਵਿਦਾਸ ਰੱਬ ਕਿੱਦਾਂ ਦਾ ਹੈ, ਕਿੱਥੇ ਹੈ? ਭਗਤ ਕਬੀਰ ਜੀ ਕਹਿਣ ਲੱਗੇ, ਕਹਿੰਦੇ ਭਗਤ ਰਵਿਦਾਸ ਜੀ ਕਹਿੰਦੇ ਹਾਥ ਪੈ ਨੇਰੇ। ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਰੱਬ ਤਾਂ ਬਿਲਕੁਲ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਸਾਡੇ। ਸਹਿਜੇ ਹੋਏ ਸੋ ਹੋਈ, ਉਹਦੇ ਨਾਲ ਸਹਿਜ ਦੇ ਨਾਲ ਹੀ ਸਾਂਝ ਪਾਈ ਜਾ ਸਕਦੀ। ਉਹਦਾ ਹੋਣਾ ਹੈ ਸਹਿਜ ਦੇ ਨਾਲ ਹੀ ਹੋਇਆ ਜਾ ਸਕਦਾ ਹੈ। ਉਹਦੀ ਰਜਾ ਦੇ ਵਿੱਚ ਤੁਰਦਿਆਂ ਤੁਰਦਿਆਂ ਉਹਦੇ ਵਰਗੇ ਹੋ ਜਾਈਦਾ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ ਭਗਤ ਰਵਿਦਾਸ ਜੀ ਦਾ ਅੱਜ ਦਾ ਪਾਵਨ ਬਚਨ 657 ਅਤੇ 58 ਪੰਨੇ 'ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ